Hello everyone, welcome to Victor's Knowledge. This is Chinu Sharma and today I am going to take up another topic from the subject quantitative aptitude and numerical skill. So ਜੇ ਤੁਸੀਂ ਪੰਜਾਬ ਸਬ ਇੰਸਪੈਕਟਰ ਐਗਜ਼ਾਮ ਦਾ ਸਿਲੇਬਸ ਦੇਖਿਆ ਹੋਊਗਾ ਤਾਂ ਉਹਦੇ ਵਿੱਚ ਕੁਆਂਟ ਟੌਪਿਕ ਦੇ ਅੰਦਰ ਐਵਰੇਜ ਮੀਨ ਮੀਡੀਅਨ ਮੋਡ ਇਹ ਵਾਲਾ ਟੌਪਿਕ ਦਿੱਤਾ ਹੋਇਆ ਹੈ। ਸੋ ਇਸੇ ਲਈ ਅੱਜ ਮੈਂ ਤੁਹਾਨੂੰ ਇਹ ਕਰਵਾ ਰਹੀ ਹਾਂ ਕਿਉਂਕਿ ਬਹੁਤ ਹੀ ਜ਼ਿਆਦਾ ਸਿੰਪਲ ਟੌਪਿਕ ਹੈ ਪਰ ਤੁਹਾਡੇ ਲਈ ਇੱਕ ਮਾਰਕਸ ਫੈਚਿੰਗ ਟੌਪਿਕ ਹੈ। ਬਾਕੀ ਸਟੂਡੈਂਟਸ ਨਾਲੋਂ ਜੇ ਤੁਸੀਂ ਐਗਜ਼ਾਮ ਦੇ ਵਿੱਚ ਇੱਕ ਐਜ ਚਾਹੁੰਦੇ ਹੋ ਤਾਂ ਤੁਸੀਂ ਮੈਥਸ ਦੇ ਵਿੱਚੋਂ ਮੈਂਸੂਰੇਸ਼ਨ ਤੇ ਇਹ ਵਾਲਾ ਟੌਪਿਕ 100% ਕਰਕੇ ਜਾਣਾ। And if you are new to my channel, visiting it for the first time, please subscribe to my channel, turn on the bell icon and do like, share and comment. And also I want to share something important with you guys. So मेरे अपने handwritten notes है पूरी history ਦੇ ਜਿਹਦੇ ਵਿੱਚ history ਦਾ ancient ਤੋਂ ਲੈ ਕੇ modern ਤੱਕ ਦਾ independence ਤੱਕ ਦਾ ਸਾਰਾ syllabus covered ਹੈ। ਸੋ ਜੇ ਤੁਸੀਂ ਮੇਰੇ ਕੋਈ ਵੀ notes ਬਾਰੇ information ਲੈਣੀ ਹੈ ਜਾਂ ਫਿਰ buy ਕਰਨੇ ਨੇ ਤਾਂ ਤੁਸੀਂ ਮੈਨੂੰ Instagram page ਉੱਤੇ ਜੋ Victor's Knowledge ਦੇ ਨਾਮ ਤੋਂ ਹੈ DM ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ legalvictor02896 ਦੇ ਉੱਤੇ ਈਮੇਲ ਭੇਜ ਸਕਦੇ ਹੋ। ਸੋ ਇਹ ਨੇ ਮੇਰੇ ਨੋਟਸ ਦਾ ਇੱਕ ਗਲਿੰਪਸ ਐਂਡ ਆਲਸੋ ਇਹ ਕੁਝ ਹੋਰ ਸਬਜੈਕਟਸ ਦੇ ਨੋਟਸ ਵੀ ਅਵੇਲੇਬਲ ਨੇ ਜਿਵੇਂ ਜਿਓਗ੍ਰਾਫੀ ਆਫ ਇੰਡੀਆ, then ਪੰਜਾਬ ਜਿਓਗ੍ਰਾਫੀ, ਬੇਸਿਕ ਕੰਪਿਊਟਰ ਅਵੇਅਰਨੈਸ, ਇਕਨੋਮਿਕਸ ਤੇ ਮੈਂ ਬਹੁਤ ਹੀ ਜ਼ਿਆਦਾ ਐਕਸਕਲੂਸਿਵਲੀ ਖੁਦ ਕੰਪਾਈਲ ਕੀਤੀ ਹੋਈ ਪੀਡੀਐਫਸ ਤਿਆਰ ਕੀਤੀਆਂ ਨੇ। then ਇੰਡੀਅਨ ਆਰਟ ਐਂਡ ਕਲਚਰ ਤੇ ਪੋਲਿਟੀ ਦੇ ਇੱਕ ਸ਼ਾਰਟ ਪੁਆਇੰਟਰ ਨੋਟਸ ਹੈ। ਸੋ ਜੇ ਤੁਸੀਂ ਇਹ ਸਾਰੇ ਦੇ ਸਾਰੇ ਨੋਟਸ ਬਾਏ ਕਰਨੇ ਨੇ ਇਨਕਲੂਡਿੰਗ ਹਿਸਟਰੀ ਤਾਂ ਇਹਨਾਂ ਦੀ ਕਾਸਟ ਹੈ ਸਿਰਫ 650 ਰੁਪੀਜ਼। ਬਾਕੀ ਜੇ ਤੁਸੀਂ ਕੋਈ ਇੰਡੀਵਿਜੂਅਲ ਨੋਟਸ ਬਾਏ ਕਰਨੇ ਨੇ ਤਾਂ ਉਹਨਾਂ ਦਾ ਵੀ ਰੇਟ ਨਾਲ ਮੈਂਸ਼ਨਡ ਹੈ। ਸੋ ਨਾਓ ਲੈਟਸ ਗੈਟ ਸਟਾਰਟਡ ਵਿਦ ਦ ਟੌਪਿਕ। ਸੋ ਆਪਣਾ ਅੱਜ ਦਾ ਬਹੁਤ ਹੀ ਸਿੰਪਲ ਜਿਹਾ ਟੌਪਿਕ ਰਹੂਗਾ। ਮੈਂ ਤੁਹਾਨੂੰ ਕੁਝ ਪ੍ਰੈਕਟੀਕਲ ਐਗਜ਼ਾਮਪਲਸ ਵੀ ਕਰਵਾਉਂਗੀ। ਸੋ ਸਭ ਤੋਂ ਪਹਿਲਾਂ ਤੁਸੀਂ ਕਨਸੈਪਟ ਨੂੰ ਬਹੁਤ ਜ਼ਿਆਦਾ ਆਸਾਨੀ ਨਾਲ ਸਮਝੋ। ਸੋ ਆਪਣਾ ਟੌਪਿਕ ਹੈ ਮੀਨ, ਮੀਡੀਅਨ, ਮੋਡ। ਸੋ ਤਿੰਨ ਚੀਜ਼ਾਂ ਆ ਗਈਆਂ ਤੇ ਇੱਕ ਹੋਰ ਫੋਰਥ ਚੀਜ਼ ਹੈ ਰੇਂਜ। ਤੇ ਜਿਹੜੀ ਰੇਂਜ ਬਾਰੇ ਕੁਐਸਚਨ ਹੈ ਇਹ ਮੋਸਟਲੀ ਜੇ ਤੁਹਾਨੂੰ ਮੀਨ, ਮੀਡੀਅਨ, ਮੋਡ ਡੇਟਾ ਇੰਟਰਪ੍ਰੀਟੇਸ਼ਨ ਦੇ ਅੰਦਰ ਆਉਂਦਾ ਤਾਂ ਉੱਥੇ ਮੋਸਟਲੀ ਰੇਂਜ ਵੀ ਪੁੱਛੀ ਜਾਂਦੀ ਹੈ। ਤੇ ਇਹ ਇੱਕ ਇਹੋ ਜਿਹਾ ਟੌਪਿਕ ਹੈ ਜਿਹਦੇ ਵਿੱਚੋਂ ਤੁਸੀਂ ਪੂਰੇ ਦੇ ਪੂਰੇ ਨੰਬਰ ਲੈ ਸਕਦੇ ਹੋ, ਇਸੇ ਲਈ ਮੈਂ ਤੁਹਾਨੂੰ ਸਪੈਸ਼ਲੀ ਕਰਵਾ ਰਹੀ ਹਾਂ। ਸੋ ਮੀਨ, ਮੀਡੀਅਨ, ਮੋਡ ਇਹ ਕਿਸੇ ਵੀ ਚੀਜ਼ ਦੀ ਸੈਂਟਰਲ ਟੈਂਡੈਂਸੀ ਉਹਦੀ ਐਵਰੇਜ ਕੱਢਣ ਦੇ ਲਈ ਇਹ ਤਿੰਨ ਤਰੀਕੇ ਵਰਤੇ ਜਾਂਦੇ ਨੇ। ਸੋ ਸੈਂਟਰਲ ਟੈਂਡੈਂਸੀ ਫਾਈਂਡ ਆਊਟ ਕਰਨ ਦੇ ਲਈ ਵੀ ਯੂਜ਼ ਮੀਨ, ਮੀਡੀਅਨ ਐਂਡ ਮੋਡ। ਉਸ ਤੋਂ ਬਾਅਦ ਹੁਣ ਮੀਨ ਕੀ ਹੈ? ਮੀਨ ਬੇਸਿਕਲੀ ਕੁਝ ਨਹੀਂ ਹੈ, ਤੁਹਾਨੂੰ ਕੁਝ ਡੇਟਾ ਦਿੱਤਾ ਹੋਊਗਾ, ਕੋਈ ਨੰਬਰਸ ਦਿੱਤੇ ਹੋਣਗੇ, ਤੁਸੀਂ ਉਹਨਾਂ ਦੀ ਐਵਰੇਜ ਕੱਢਣੀ ਹੈ। ਸੋ ਇਟ ਇਜ਼ ਅਰਿਥਮੈਟਿਕ ਐਵਰੇਜ। ਸੋ ਇਹ ਕਿਵੇਂ ਫਾਈਂਡ ਆਊਟ ਹੁੰਦੀ ਹੈ? ਬਾਈ ਐਡਿੰਗ ਦ ਨੰਬਰ ਇਨ ਡੇਟਾ ਸੈਟ ਤੇ ਉਹਨਾਂ ਨੂੰ ਜਿੰਨੇ ਕੁੱਲ ਨੰਬਰ ਨੇ ਉਹਨਾਂ ਦੇ ਨਾਲ ਆਪਾਂ ਨੇ ਡਿਵਾਈਡ ਕਰ ਦੇਣਾ। ਫਿਰ ਆਉਂਦਾ ਮੀਡੀਅਨ। ਮੀਡੀਅਨ ਕੀ ਹੈ? ਜਿਹੜੇ ਉਹਦੇ ਨੰਬਰ ਦਿੱਤੇ ਹੋਏ ਨੇ ਉਹਨਾਂ ਦਾ ਜੋ ਵਿਚਕਾਰਲਾ ਨੰਬਰ ਹੈ ਉਹਨੂੰ ਆਪਾਂ ਅਸੈਂਡਿੰਗ ਆਰਡਰ ਵੀ ਨੀਚੇ ਤੋਂ ਉੱਪਰ ਵੀ ਕਰ ਸਕਦੇ ਹਾਂ ਜਾਂ ਉੱਪਰ ਤੋਂ ਨੀਚੇ ਵੀ ਆਪਾਂ ਆਰਡਰ ਕਰ ਸਕਦੇ ਹਾਂ। ਜੋ ਵੀ ਸੈਂਟਰ ਵਾਲਾ ਅੱਖਰ ਆਊਗਾ ਉਹ ਸੇਮ ਆਊਗਾ ਤੇ ਉਹੀ ਹੋਊਗਾ ਆਪਣਾ ਮੀਡੀਅਨ। ਸੋ ਜਿਵੇਂ ਮੰਨ ਲਓ 1 2 3 4 5 6 7 ਹੈ ਤਾਂ ਹੁਣ ਇਹਨੂੰ ਤੁਸੀਂ ਐਵੇਂ ਲਿਖ ਲਓ, ਚਾਹੇ ਇਹਨੂੰ ਤੁਸੀਂ 7 6 5 4 3 2 1 ਲਓ। ਉਰੇ ਆਪਣੇ ਕੋਲ ਸੈਂਟਰ ਨੰਬਰ ਕਿਹੜਾ ਆ ਰਿਹਾ? 4। ਸੋ 4 ਇਸ ਲਾਈਨ ਦਾ ਮੀਡੀਅਨ ਹੈ। ਤੇ ਜੇ ਆਪਾਂ ਇਹਦੀ ਮੀਨ ਦੀ ਗੱਲ ਕਰੀਏ ਤਾਂ ਮੀਨ ਆ ਜਾਊਗਾ 1 + 2 + 3 + 4 + 5 + 6 + 7 ਬਟੇ 7। ਹੁਣ ਆ ਗਿਆ ਮੋਡ। ਮੋਡ ਉਹ ਨੰਬਰ ਹੈ ਜਿਹੜਾ ਬਾਰ-ਬਾਰ ਰਿਪੀਟ ਹੋ ਰਿਹਾ। ਸੋ ਉਰੇ ਤਾਂ ਹੁਣ ਕੋਈ ਰੈਪੀਟੀਟਿਵ ਹੈ ਨਹੀਂ ਤਾਂ ਤੁਹਾਨੂੰ ਏਦਾਂ ਦਾ ਡੇਟਾ ਨਹੀਂ ਆਊਗਾ। ਐਗਜ਼ਾਮ ਦੇ ਵਿੱਚ ਤੁਹਾਨੂੰ 1-2 ਅੱਖਰ ਰਿਪੀਟ ਪੱਕਾ ਹੋਣਗੇ। ਸੋ ਜਿਹੜਾ ਅੱਖਰ, ਜਿਹੜਾ ਡਿਜਿਟ ਜ਼ਿਆਦਾ ਵਾਰੀ ਰਿਪੀਟ ਹੋ ਰਿਹਾ, ਬਾਰ-ਬਾਰ ਆ ਰਿਹਾ, ਉਹ ਹੋਊਗਾ ਤੁਹਾਡਾ ਮੋਡ। ਤੇ ਜਿਹੜਾ ਤੁਹਾਡਾ ਹਾਈਐਸਟ ਨੰਬਰ ਤੇ ਲੋਐਸਟ ਨੰਬਰ ਦਾ ਆਪਸ ਦਾ ਫਰਕ ਹੈ, ਡਿਫਰੈਂਸ ਹੈ, ਉਹਨੂੰ ਆਪਾਂ ਕਹਿੰਦੇ ਆ ਰੇਂਜ। ਸੋ ਇਹ ਬਹੁਤ ਹੀ ਜ਼ਿਆਦਾ ਸਿੰਪਲ ਜੇ 3-4 ਕਨਸੈਪਟ ਹੈ। ਹੁਣ ਆਪਾਂ 1 ਬਾਏ 1 ਸਾਰਿਆਂ ਦੇ ਫਾਰਮੂਲੇ ਦੇਖਦੇ ਹਾਂ। ਸੋ ਮੀਨ ਦਾ ਫਾਰਮੂਲਾ ਹੈ ਕਿ ਜਿੰਨੀਆਂ ਆਬਜ਼ਰਵੇਸ਼ਨਸ ਦਾ ਟੋਟਲ ਸਮ upon number of observation। ਸੋ ਇਹ ਤਾਂ ਬਹੁਤ ਸਿੰਪਲ ਜਿਹਾ ਹੈ, ਸਾਰਿਆਂ ਨੂੰ ਐਡ ਕਰਕੇ ਜਿੰਨੇ ਟੋਟਲ ਨੰਬਰ ਨੇ ਉਹਦੇ ਨਾਲ ਡਿਵਾਈਡ ਕਰ ਦੇਣਾ। ਸੋ ਨੈਕਸਟ ਹੈ ਮੀਡੀਅਨ ਦਾ ਫਾਰਮੂਲਾ।
ਹੁਣ ਵੈਸੇ ਤਾਂ ਮੀਡੀਅਨ ਕੀ ਹੁੰਦਾ ਕਿ ਜਿਹੜਾ ਸੈਂਟਰਲ ਨੰਬਰ ਆ, ਜੇ ਤੁਹਾਨੂੰ ਉੱਥੇ ਬਾਏ ਚਾਂਸ ਕੋਈ 30 ਨੰਬਰਾਂ ਦੀ 40 ਨੰਬਰਾਂ ਦੀ ਇੰਨੇ ਡਿਜਿਟਸ ਦੀ ਲਾਈਨ ਆ ਜਾਵੇ, ਸਟੇਟਮੈਂਟ ਆ ਜੇ, ਫਿਰ ਉੱਥੇ ਤੁਸੀਂ ਕੀ ਕਰੋਗੇ? ਉੱਥੇ ਤੁਹਾਡੇ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਤੁਸੀਂ ਕੀ ਕਰਨਾ ਹੈ? ਤੁਸੀਂ ਦੇਖਣਾ ਵੀ ਟੋਟਲ ਨੰਬਰ ਕਿੰਨੇ ਨੇ ਉਰੇ 30 ਜਾਂ ਟੋਟਲ ਨੰਬਰ ਕਿੰਨੇ ਨੇ 31। ਤੁਸੀਂ ਇਹ ਦੇਖਣਾ ਵੀ ਟੋਟਲ ਨੰਬਰ ਔਡ ਨੇ ਜਾਂ ਫਿਰ ਈਵਨ ਨੇ। ਜੇ ਕੁੱਲ ਨੰਬਰ ਔਡ ਨੇ, ਮੰਨ ਲਓ 31 ਨੇ ਟੋਟਲ ਡਿਜਿਟਸ, ਅੱਡ-ਅੱਡ ਤਰ੍ਹਾਂ ਦੇ ਉੱਥੇ ਅੱਖਰ ਨੇ, ਤੁਸੀਂ 31 ਦੇ ਵਿੱਚ 1 ਐਡ ਕਰਕੇ ਉਹਨੂੰ 2 ਦੇ ਨਾਲ ਡਿਵਾਈਡ ਕਰ ਦੇਣਾ, ਤੁਹਾਡਾ ਮੀਡੀਅਨ ਆ ਜਾਊਗਾ। ਜੇ ਉੱਥੇ ਟੋਟਲ ਤੁਹਾਡੇ ਕੋਲ ਈਵਨ ਨੰਬਰ ਨੇ, ਮੰਨ ਲਓ ਉੱਥੇ 32 ਕੁੱਲ ਨੰਬਰ ਨੇ, ਤਾਂ ਤੁਸੀਂ ਕੀ ਕਰਨਾ? ਇਹ ਵਾਲਾ ਫਾਰਮੂਲਾ ਵਰਤਣਾ। ਜਿੱਥੇ n ਲਾਈ ਹੋਈ ਹੈ ਉੱਥੇ ਤੁਸੀਂ ਟੋਟਲ ਨੰਬਰ ਆਫ ਆਬਜ਼ਰਵੇਸ਼ਨਸ ਲਗਾਉਣੀਆਂ ਨੇ। ਫਰਕ ਕੀ ਤੁਸੀਂ ਦੇਖਣਾ? ਜੇ ਔਡ ਹੈ ਤਾਂ ਆਪਣਾ ਸਿੰਪਲ ਫਾਰਮੂਲਾ, ਜੇ ਟੋਟਲ ਨੰਬਰ ਈਵਨ ਦੇ ਵਿੱਚ ਨੇ, ਔਡ ਕੀ ਹੁੰਦਾ 1 3 5 ਜਿਸਤ ਤੇ ਟਾਂਕ ਜਿਹਨੂੰ ਆਪਾਂ ਕਹਿੰਦੇ ਆ, ਤੇ 2 4 6 ਜਿਹੜੇ ਇਹ ਵਾਲੇ ਹੁੰਦੇ ਨੇ, ਇਹ ਹੁੰਦੇ ਨੇ ਈਵਨ ਨੰਬਰ। ਸੋ ਤੁਸੀਂ ਦੇਖਣਾ ਕਿ ਉਹ ਕੁੱਲ ਨੰਬਰਾਂ ਦਾ ਜਿਹੜਾ ਐਂਡ ਹੈ ਉਹ ਔਡ ਨਾਲ ਹੋ ਰਿਹਾ ਹੈ ਜਾਂ ਫਿਰ ਈਵਨ ਨਾਲ। ਉਸ ਹਿਸਾਬ ਨਾਲ ਤੁਸੀਂ ਇਹਨਾਂ ਦੋਨਾਂ ਚੋਂ ਇੱਕ ਫਾਰਮੂਲਾ ਲਾ ਕੇ ਮੀਡੀਅਨ ਕੱਢਣਾ। ਮੋਸਟਲੀ ਇਹ ਵਰਤਿਆ ਜਾਂਦਾ ਜਦੋਂ ਡੇਟਾ ਇੰਟਰਪ੍ਰੀਟੇਸ਼ਨ ਦੇ ਕੁਐਸਚਨ ਹੋਣ। ਸਿੰਪਲ ਦੇ ਵਿੱਚ ਤੁਸੀਂ ਆਸਾਨੀ ਨਾਲ, ਜਿਵੇਂ ਮੈਂ ਤੁਹਾਨੂੰ ਇੰਟਰੋਡਕਸ਼ਨ ਸਮਝਾਇਆ ਕਿ ਸੈਂਟਰ ਵਾਲਾ ਕਿਹੜਾ ਹੈ, ਉਵੇਂ ਤੁਸੀਂ ਆਰਾਮ ਨਾਲ ਮੀਡੀਅਨ ਫਾਈਂਡ ਆਊਟ ਕਰ ਲਓਗੇ। ਫਿਰ ਆ ਗਿਆ ਮੋਡ। ਮੋਡ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਜਿਹੜਾ ਬਾਰ-ਬਾਰ ਨੰਬਰ ਆ ਰਿਹਾ ਹੈ, ਮੋਸਟ ਫ੍ਰੀਕੁਐਂਟਲੀ ਅਕਰਿੰਗ ਆਬਜ਼ਰਵੇਸ਼ਨ ਔਰ ਵੈਲਿਊ। ਰੇਂਜ ਕੀ ਹੈ? ਸਭ ਤੋਂ ਵੱਡੇ ਤੇ ਸਭ ਤੋਂ ਛੋਟੇ ਨੰਬਰ ਦਾ ਡਿਫਰੈਂਸ। ਸੋ ਇਹ ਨੇ ਆਪਣੇ ਸਿੰਪਲ ਜਿਹੇ ਫਾਰਮੂਲੇ। ਆਈ ਹੋਪ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਸੋ ਹੁਣ ਮੈਂ ਤੁਹਾਡੇ ਨਾਲ ਦੋ ਕੁਐਸਚਨ ਡਿਸਕਸ ਕਰਨ ਜਾ ਰਹੀ ਹਾਂ। ਇੱਕ 'ਚ ਆਪਾਂ x ਦੀ ਵੈਲਿਊ ਫਾਊਂਡ ਆਊਟ ਕਰਾਂਗੇ, ਤੇ ਜਿਹੜਾ ਪਹਿਲਾ ਕੁਐਸਚਨ ਹੈ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਤੁਸੀਂ ਇਹਨੂੰ ਸਮਝ ਲੈਣਾ ਹੈ। ਇਹਦੇ 'ਚ ਮੈਂ ਚਾਰੋਂ ਦੇ ਚਾਰੋਂ ਫਾਰਮੂਲੇ ਇਨਕਲੂਡ ਕਰਤੇ। ਸੋ ਹੁਣ ਤੁਸੀਂ ਦੇਖੋ, ਤੁਹਾਡੇ ਕੋਲ ਇੱਕ ਲਿਸਟ ਦਿੱਤੀ ਹੋਈ ਹੈ ਵੈਲਿਊਜ਼ ਦੀ। ਇਹਨਾਂ ਦਾ ਤੁਸੀਂ ਮੀਨ ਕੱਢਣਾ ਹੈ, ਮੀਡੀਅਨ ਕੱਢਣਾ ਹੈ, ਮੋਡ ਤੇ ਰੇਂਜ। ਸੋ ਪਹਿਲਾਂ ਤਾਂ ਤੁਸੀਂ ਫਟਾਫਟ ਜਦੋਂ ਕੁਐਸਚਨ ਆ ਗਿਆ ਕੁੱਲ ਕਿੰਨੀਆਂ ਵੈਲਿਊਜ਼ ਨੇ ਇਹ ਲਿਖ ਲੈਣੀਆਂ ਨੇ। ਸੋ ਹੁਣ ਕਾਊਂਟ ਕਰੋ 1 2 3 4 5 6 7 8 9। ਸੋ ਟੋਟਲ ਆਪਣੇ ਕੋਲ 9 ਵੈਲਿਊਜ਼ ਨੇ। ਸੋ ਮੀਨ ਦਾ ਫਾਰਮੂਲਾ ਕਿੰਨਾ ਹੈ? ਸਾਰੀਆਂ ਵੈਲਿਊਜ਼ ਦਾ ਜੋੜ ਡਿਵਾਈਡ ਬਾਈ ਜਿੰਨੀਆਂ ਟੋਟਲ ਨੇ। ਸੋ ਉਰੇ ਆਪਣੇ ਕੋਲ ਟੋਟਲ 9 ਨੇ, ਸੋ ਇਹ ਸਾਰੀਆਂ ਵੈਲਿਊਜ਼ ਦਾ ਜੋੜ ਡਿਵਾਈਡ ਬਾਈ 9। ਸੋ ਇਹਨਾਂ ਦਾ ਟੋਟਲ ਆ ਜਾਊਗਾ 135। ਇਹਨੂੰ 9 ਨਾਲ ਵੰਡਾਂਗੇ ਤਾਂ ਆਪਣੇ ਕੋਲ ਆ ਜਾਊ 15। ਸੋ ਮੀਨ ਆ ਗਿਆ ਉਰੇ 15। ਹੁਣ ਆ ਗਿਆ ਮੀਡੀਅਨ। ਮੀਡੀਅਨ ਆਪਾਂ ਨੇ ਕੀ ਦੇਖਿਆ ਸੀ? ਮਿਡਲ ਵੈਲਿਊ। ਪਰ ਉਹਦੇ ਲਈ ਜਾਂ ਤਾਂ ਆਪਾਂ ਨੂੰ ਨੀਚੇ ਤੋਂ ਉੱਪਰ, ਛੋਟੇ ਤੋਂ ਵੱਡਾ ਇਹਨਾਂ ਨੂੰ ਲਾਈਨ ਤਰਤੀਬਵਾਰ ਲਗਾਉਣਾ ਪਊ, ਜਾਂ ਫਿਰ ਵੱਡੇ ਤੋਂ ਛੋਟਾ, ਜਿਵੇਂ ਮਰਜ਼ੀ ਲਗਾ ਲਓ, ਮੀਡੀਅਨ ਸੇਮ ਆਊਗਾ। ਸੋ ਉਰੇ ਆਪਾਂ ਨੇ ਅਸੈਂਡਿੰਗ ਆਰਡਰ ਲਾ ਲਿਆ। ਸੋ ਉਰੇ ਆਪਣੇ ਕੋਲ 4 ਵਾਰੀ 13 ਸੀ ਪਹਿਲਾਂ, ਫਿਰ 2 ਵਾਰੀ 14, ਫਿਰ 16 18 21। ਸੋ ਹੁਣ ਇਹਨਾਂ ਦਾ ਮਿਡਲ ਆਪਣੇ ਕੋਲ ਕੀ ਆ ਗਿਆ? 14। ਚਾਹੇ ਤਾਂ ਤੁਸੀਂ ਉੱਥੇ ਸਿੱਧਾ 14 ਲਿਖ ਦਿਓ ਜੋ ਐਵੇਂ ਦੀ ਆਸਾਨ ਸਟੇਟਮੈਂਟ ਹੈ, ਚਾਹੇ ਤੁਸੀਂ ਉੱਥੇ ਜਿਹੜਾ ਫਾਰਮੂਲਾ ਮੈਂ ਤੁਹਾਨੂੰ ਪਿੱਛੇ ਕਰਵਾਇਆ। ਸੋ ਉਰੇ ਹੁਣ 9 ਆਪਣੇ ਕੋਲ ਨੇ ਟੋਟਲ ਵੈਲਿਊਜ਼, ਤਾਂ n ਆ ਜਾਊਗਾ। ਆਪਾਂ ਉਰੇ ਫਾਰਮੂਲਾ ਲਗਾ ਸਕਦੇ ਹਾਂ, n ਆ ਜਾਊਗਾ ਆਪਣੇ ਕੋਲ 9 plus 1 ਬਟੇ 2। ਸੋ 10 ਬਟੇ 2 5। ਸੋ ਫਿਫਥ ਨੰਬਰ ਕਿਹੜਾ ਹੈ? 14। ਸੋ 14 ਕੀ ਆ ਗਿਆ? ਮੀਡੀਅਨ। ਪਰ ਤੁਹਾਨੂੰ ਜੇ ਉੱਥੇ ਐਵੇਂ ਦੀ ਸੌਖੀ ਸਟੇਟਮੈਂਟ ਹੈ ਤਾਂ ਮੈਂ ਤੁਹਾਡੇ ਟਾਈਮ ਬਚਾਉਣ ਦੇ ਲਈ ਇਹੀ ਸੁਜੈਸਟ ਕਰੂੰਗੀ ਵੀ ਧਿਆਨ ਦੇ ਨਾਲ ਜਦੋਂ ਤੁਸੀਂ ਇਹਨਾਂ ਨੂੰ ਲਾਈਨ ਵਾਰੀ ਲਗਾ ਲਿਆ ਤਾਂ ਤੁਸੀਂ ਗਿਣ ਕੇ ਵੀ, ਜੇ 9 ਅੱਖਰ ਨੇ ਤਾਂ ਉਹਦਾ ਸੈਂਟਰਲ ਕਿੰਨਾ ਹੋ ਗਿਆ, ਮਿਡ ਕਿੰਨੇ ਤੇ ਆ ਗਿਆ? ਪੰਜਵੇਂ ਤੇ, ਤਾਂ ਪੰਜਵਾਂ ਅੱਖਰ ਕੀ ਹੋਊਗਾ? ਮੀਡੀਅਨ। ਸੋ ਉਸ ਤੋਂ ਬਾਅਦ ਹੈ ਮੋਡ। ਮੋਡ ਮਤਲਬ ਜਿਹੜਾ ਸਭ ਤੋਂ ਜ਼ਿਆਦਾ ਵਾਰੀ ਰਿਪੀਟ ਹੋ ਰਿਹਾ। ਸੋ ਉਰੇ 13 ਜਿਹੜਾ ਅੱਖਰ ਹੈ ਇਹ 4 ਵਾਰੀ ਆ ਰਿਹਾ ਹੈ, ਸੋ ਮੋਡ ਦਾ ਉੱਤਰ ਹੋਊਗਾ 13। ਤੇ ਲਾਸਟ ਵਿੱਚ ਹੈ ਰੇਂਜ। ਸੋ ਤੁਸੀਂ ਦੇਖ ਸਕਦੇ ਹੋ ਕਿ 21 ਸਭ ਤੋਂ ਵੱਡਾ ਅੱਖਰ ਹੈ, 13 ਸਭ ਤੋਂ ਛੋਟਾ, ਤਾਂ 21 ਮਾਈਨਸ 13 8 ਆ ਗਈ ਆਪਣੀ ਰੇਂਜ। ਸੋ ਇਹੀ ਇੱਕ ਤੁਸੀਂ ਕੁਐਸਚਨ ਤਿਆਰ ਕਰ ਲਓ, ਤੁਹਾਡੇ ਮੀਨ, ਮੀਡੀਅਨ, ਮੋਡ, ਰੇਂਜ, ਇਹ ਟੌਪਿਕ ਦੇ ਸਾਰੇ ਕੁਐਸਚਨ ਤਿਆਰ ਹੋ ਜਾਣਗੇ। ਸੋ ਹੁਣ ਨੈਕਸਟ ਕੁਐਸਚਨ ਥੋੜਾ ਜਿਹਾ ਇੱਕ ਸਟੈਪ ਉੱਪਰ ਆ ਗਿਆ। ਇਹਦੇ 'ਚ ਆਪਾਂ ਨੇ x ਦੀ ਵੈਲਿਊ ਕੱਢਣੀ ਹੈ, ਪਰ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਮੋਸਟਲੀ ਮੈਂ ਦੇਖਿਆ ਕਿ ਮੀਨ, ਮੀਡੀਅਨ 'ਚੋਂ ਇਸੇ ਤਰ੍ਹਾਂ ਦੇ ਕੁਐਸਚਨ ਹੀ ਪੇਪਰ 'ਚ ਆਉਂਦੇ ਨੇ। ਸੋ ਹੁਣ ਇਹਦੇ 'ਚ ਕੀ ਹੈ? ਇਫ ਦ ਮੀਨ ਆਫ 5 ਆਬਜ਼ਰਵੇਸ਼ਨ, ਉਹਨਾਂ ਨੇ ਆਪਾਂ ਨੂੰ ਦੱਸਤਾ ਕਿ ਕੁੱਲ ਆਪਣੇ ਕੋਲ ਵੈਲਿਊਜ਼ 5 ਨੇ, 5 ਆਬਜ਼ਰਵੇਸ਼ਨਸ ਨੇ।
ਸੋ ਇੱਕ ਹੈ x, ਦੂਜੀ x plus 2 plus 4 plus 6 plus 8 ਤੇ ਉਰੇ ਆਪਾਂ ਨੂੰ ਮੀਨ ਦੀ ਵੈਲਿਊ ਦੇਤੀ ਉਹਨਾਂ ਨੇ ਪਹਿਲਾਂ ਹੀ। ਮੀਨ ਕੱਢਣ ਨੂੰ ਨਹੀਂ ਕਿਹਾ, ਉਹਨਾਂ ਨੇ ਪੁੱਛਿਆ ਕਿ x ਦੀ ਵੈਲਿਊ ਕਿੰਨੀ ਹੈ। ਸੋ ਮੀਨ ਦੇਤਾ 11। ਸੋ ਆਪਾਂ ਨੂੰ ਮੀਨ ਦਾ ਫਾਰਮੂਲਾ ਪਤਾ ਕਿ ਕੁੱਲ ਆਬਜ਼ਰਵੇਸ਼ਨਸ ਦਾ ਜੋੜ ਬਟੇ ਜਿੰਨੀਆਂ ਟੋਟਲ ਆਬਜ਼ਰਵੇਸ਼ਨਸ ਨੇ। ਸੋ ਮੀਨ ਉਰੇ ਆ ਗਿਆ 11 ਸਮ ਆਫ ਆਲ ਆਬਜ਼ਰਵੇਸ਼ਨ। ਸੋ ਇਹ ਨੇ ਸਾਰੀਆਂ ਆਬਜ਼ਰਵੇਸ਼ਨਸ, ਇਹਨਾਂ ਦਾ ਆਪਸ ਦੇ ਵਿੱਚ ਜੋੜ ਬਟੇ ਕੁੱਲ ਕਿੰਨੀਆਂ ਨੇ 5। ਸੋ ਡਿਵਾਈਡ ਬਾਈ 5। ਸੋ ਹੁਣ ਤੁਸੀਂ ਇਹਨੂੰ ਸੋਲਵ ਕਰੋਗੇ ਸਿੰਪਲ ਤਰੀਕੇ ਦੇ ਨਾਲ। ਸੋ ਉਰੇ ਹੁਣ ਦੇਖੋ 11 ਹੈ, ਨੀਚੇ 5 ਹੈ, 5 ਇੱਧਰ ਜਾ ਕੇ ਕੀ ਹੁੰਦਾ ਹੈ ਮਲਟੀਪਲਾਈ। ਸੋ 11 ਗੁਣਾ 5, ਉਰੇ ਦੇਖ ਲਓ 1 2 3 4 5, 5x ਨੇ ਆਪਣੇ ਕੋਲ, ਤਾਂ 5x ਕਿੰਨੇ ਹੋ ਗਏ 5x। ਤੇ ਜਿਹੜੇ ਸਿੰਪਲ x ਤੋਂ ਬਿਨਾ ਨੰਬਰਸ ਨੇ ਉਹਨਾਂ ਨੂੰ ਆਪਾਂ ਅਲੱਗ ਤੋਂ ਐਡ ਕਰ ਦੇਣਾ। ਸੋ ਇਹਨਾਂ ਦਾ ਜੋੜ ਬਣ ਗਿਆ 20। ਸੋ ਜਦੋਂ ਆਪਾਂ ਨੂੰ ਸੋਲਵ ਕਰਾਂਗੇ x ਦੀ ਵੈਲਿਊ ਆਜੂ 7 ਤੇ ਇਹੀ ਆ ਗਈ ਆਪਣੀ। ਜੇ ਤੁਸੀਂ ਹੁਣ ਇਹਨੂੰ ਆਪਦਾ ਆਨਸਰ, ਤੁਹਾਡੇ ਕੋਲ ਟਾਈਮ ਹੈਗਾ ਉੱਥੇ ਚੈੱਕ ਕਰਨਾ ਤਾਂ ਤੁਸੀਂ 7 ਨੂੰ x ਦੇ ਵਿੱਚ ਭਰ ਕੇ ਮੀਨ ਵੀ ਕੱਢ ਸਕਦੇ ਹੋ। ਸੋ ਹੁਣ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਕਿਵੇਂ। ਹੁਣ ਉਰੇ x ਹੈ 7 plus 7 plus 2 9 plus 7 plus 4 11 plus 7 plus 6 14 plus 7 plus 8 15। ਸੋ ਇਹਨਾਂ ਸਾਰਿਆਂ ਦਾ ਆਪਸ ਦੇ ਵਿੱਚ ਜੋੜ ਬਟੇ 5, ਉਹ ਆਊਗਾ ਆਪਣਾ 11। ਸੋ ਤੁਹਾਨੂੰ ਪਤਾ ਲੱਗ ਜੂ ਕਿ ਜਿਹੜੀ ਅਸੀਂ x ਦੀ ਵੈਲਿਊ ਕੱਢੀ ਹੈ ਉਹ ਸਹੀ ਕੱਢੀ ਹੈ। ਸੋ ਇਹ ਸੀ ਆਪਣਾ ਪੂਰਾ ਟੌਪਿਕ ਮੀਨ, ਮੀਡੀਅਨ, ਮੋਡ ਐਂਡ ਰੇਂਜ ਦਾ। I hope you liked the video. Please keep supporting my channel. Thank you and good luck.